ਖੇਤੀਬਾੜੀ ਆ ਸਾਡੀ, ਜੋ ਸਾਡੀ ਐਗਰੀਕਲਚਰ ਹੈ, ਉਹਨੂੰ ਚੰਦ ਘਰਾਣੇ ਨਿੱਜੀ ਹੱਥਾਂ ਦੇ ਵਿੱਚ ਦੇਣਾ ਸਰਕਾਰ ਦੀ ਪਾਲਿਸੀ ਹੈ। ਕੇਂਦਰ ਸਰਕਾਰ ਲਗਾਤਾਰ ਕੋਰੋਨਾ ਦੀ ਆੜ ਦੇ ਵਿੱਚ ਤੇ ਹੁਣ ਨਵੀਆਂ ਪਾਲਿਸੀਆਂ ਲੈ ਕੇ ਆ ਰਹੀ ਹੈ, ਜੋ LIC ਨੂੰ ਜਿਹੜੀ ਕਿ ਦੇਸ਼ ਦੀ ਬਹੁਤ ਮਤਲਬ ਇੱਕ ਚੁਣਿੰਦਾ ਕੰਪਨੀ ਹੈ, ਜਿਹਦੇ ਤੋਂ ਹਮੇਸ਼ਾ ਦੇਸ਼ ਨੂੰ ਜਦੋਂ ਲੋੜ ਪੈਂਦੀ ਹੈ ਸਰਕਾਰ ਪੈਸੇ ਵਰਤਦੀ ਹੈ, ਉਹਨੂੰ ਪ੍ਰਾਈਵੇਟ ਹੱਥਾਂ 'ਚ ਦਿੱਤਾ ਜਾਏਗਾ। ਤੇ 2 ਬੈਂਕ ਜਿਹੜੇ ਸਰਕਾਰੀ ਬੈਂਕ ਨੇ ਬਿਲਕੁਲ ਬੇਸ਼ਰਮ ਹੋ ਕੇ, ਬਿਲਕੁਲ ਨਿਸ਼ੰਗ ਹੋ ਕੇ ਉਹਨਾਂ ਨੂੰ ਵੇਚਣ ਵੱਲ ਮਤਲਬ ਦਾ ਐਲਾਨ ਕੀਤਾ ਗਿਆ ਵੀ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਵੇਚਿਆ ਜਾਏਗਾ। ਤੇ ਉਸੇ ਤਹਿਤ ਹਿੰਦੁਸਤਾਨ ਦੇ ਵਿੱਚ ਵੀ ਇਹ ਪਾਲਿਸੀਆਂ ਲਾਗੂ ਹੋਈਆਂ। ਸਰਦਾਰ ਮਨਮੋਹਨ ਸਿੰਘ ਉਹਨਾਂ ਦੇ, ਜਿੱਥੋਂ ਤੱਕ ਇਹ ਵੀ ਕਿਹਾ ਜਾਂਦਾ ਵੀ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ 'ਚ ਵੀ ਜਦੋਂ ਦਾ ਮੋਦੀ ਸਾਹਿਬ ਦੇ ਹੱਥ ਆਇਆ, ਕਿਉਂਕਿ ਮੋਦੀ ਸਾਹਿਬ ਉਹਨਾਂ ਬੰਦਿਆਂ 'ਚੋਂ ਨੇ ਜਿਹੜੇ ਬੰਦਾ ਮਾਰਦਿਆਂ ਸੀ ਨਹੀਂ ਕਰ। ਗੁਜਰਾਤ ਦਾ ਇਹਨਾਂ ਦਾ ਇੱਕ ਕਰੈਕਟਰ ਹੈ ਵੀ ਇਹ ਬਲਡੋਜ਼ਰ ਨੂੰ ਜਿੰਨੀ ਮਰਜ਼ੀ ਤੇਜ਼ ਚਲਾ ਸਕਦੇ ਨੇ, ਜਿਹੜਾ ਵੀ ਅੱਗੇ ਆਏ ਉਹਨੂੰ ਰੋਲ ਸਕਦੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਤੇ ਮੈਂ ਮਨਿੰਦਰਜੀਤ ਸਿੱਧੂ। ਅਸੀਂ ਅੱਜ ਗੱਲ ਕਰਾਂਗੇ ਬੈਂਕਿੰਗ ਸੈਕਟਰ ਬਾਰੇ। ਤੁਸੀਂ ਜਾਣਦੇ ਹੋ ਕਿ ਕਿਸਾਨੀ ਮੋਰਚੇ ਨੂੰ ਲੈ ਕੇ ਧਰਨਾ ਚੱਲ ਰਿਹਾ। ਕਿਸਾਨੀ ਮੋਰਚੇ ਤੇ ਧਰਨਾ ਚੱਲ ਰਿਹਾ ਤਾਂ ਉੱਥੇ ਧਰਨੇ ਦਾ ਮਕਸਦ ਵੀ ਇਹੀ ਹੈ ਕਿ ਜਿਹੜਾ ਖੇਤੀਬਾੜੀ ਆ ਸਾਡੀ, ਜੋ ਸਾਡੀ ਐਗਰੀਕਲਚਰ ਹੈ, ਉਹਨੂੰ ਚੰਦ ਘਰਾਣੇ ਨਿੱਜੀ ਹੱਥਾਂ ਦੇ ਵਿੱਚ ਦੇਣਾ ਸਰਕਾਰ ਦੀ ਪਾਲਿਸੀ ਹੈ। ਖੇਤੀਬਾੜੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀਆਂ ਇਹ ਬਿੱਲ ਲਿਆਂਦੇ ਜਾ ਰਹੇ ਆ ਤਾਂ ਜੋ ਰੱਜ ਕੇ ਲੁੱਟਣ ਤੇ ਇਹ ਲੋਕਾਂ ਦਾ ਸ਼ੋਸ਼ਣ ਹੋਵੇ ਤੇ ਲੋਕਾਂ ਦੇ ਹੱਥ 'ਚੋਂ ਅਨਾਜ ਦੂਰ ਚਲਿਆ ਜਾਵੇ, ਲੋਕਾਂ ਦੀ ਪਹੁੰਚ ਤੋਂ ਅਨਾਜ ਦੂਰ ਹੋਵੇ। ਤੇ ਜਿਹੜੀ ਖੇਤੀ ਪੰਜਾਬ ਦਾ ਜਾਂ ਬਾਕੀ ਸਾਡੇ ਦੇਸ਼ 'ਤੇ ਸਭ ਤੋਂ ਵੱਡਾ ਜੋ ਪੰਜਾਬ ਜਿਹੜਾ ਭਾਰਤ ਹੈ ਖੇਤੀ ਪ੍ਰਧਾਨ ਦੇਸ਼ ਹੈ, ਤਾਂ ਖੇਤੀ ਤੇ ਜਿਹੜੇ ਲੋਕ ਨਿਰਭਰ ਹੈ ਉਹ ਇੱਕ ਲੇਬਰ ਦੇ ਰੂਪ ਵਿੱਚ ਆ ਜਾਣ ਤੇ ਉਹ ਇੰਨੀ ਸਸਤੀ ਲੇਬਰ ਹੋ ਜਾਵੇ ਤਾਂ ਜੋ ਇਹ ਸਰਮਾਏਦਾਰਾਂ ਨੂੰ ਆਪਣੀਆਂ ਫੈਕਟਰੀਆਂ ਦੇ ਵਿੱਚ, ਆਪਣੇ ਕਾਰੋਬਾਰਾਂ ਦੇ ਵਿੱਚ ਲੇਬਰ ਸਸਤੀ ਮਿਲੇ ਤੇ ਖੇਤੀਬਾੜੀ ਤੋਂ ਇਹ ਜਿਹੜਾ ਕਾਬਜ਼ ਉਹ ਕੁਝ ਚੰਦ ਘਰਾਣੇ ਹੋ ਜਾਣ। ਤਾਂ ਉਸ ਦੇ ਨਾਲ ਹੀ ਕੇਂਦਰ ਸਰਕਾਰ ਲਗਾਤਾਰ ਕੋਰੋਨਾ ਦੀ ਆੜ ਦੇ ਵਿੱਚ ਤੇ ਹੁਣ ਨਵੀਆਂ ਪਾਲਿਸੀਆਂ ਲੈ ਕੇ ਆ ਰਹੀ ਹੈ, ਜੋ ਦੇਸ਼ ਦੇ ਸਰਕਾਰੀ ਸਾਧਨ ਹੈ, ਸਰਕਾਰੀ ਸੰਸਥਾਵਾਂ, ਉਹਨਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀਆਂ। ਅਸੀਂ ਗੱਲ ਕਰੀਏ, ਪਿਛਲੇ ਦਿਨੀ ਲੇਬਰ ਲਾ ਵੀ ਅਮੈਂਡਮੈਂਟ ਕੀਤੇ ਗਏ ਆ, ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੇ ਜਿਹੜੀਆਂ ਪਾਲਿਸੀਆਂ ਉਹ ਲਿਆਂਦੀਆਂ ਗਈਆਂ ਤਾਂ ਜੋ ਸਰਮਾਏਦਾਰਾਂ ਨੂੰ ਫਾਇਦਾ ਹੋਵੇ ਤੇ ਮਜ਼ਦੂਰਾਂ ਦੀ ਲੁੱਟ ਖਸੁੱਟ ਵਧੇ, ਉਹਨਾਂ ਦਾ ਸ਼ੋਸ਼ਣ ਵਧੇ। ਤੇ ਉਸ ਦੇ ਨਾਲ ਹੀ ਬੈਂਕਾਂ ਨੂੰ ਨਿੱਜੀਕਰਨ, ਨਿਰਮਲਾ ਸੀਤਾਰਮਨ ਜੀ ਜੋ ਕਿ ਦੇਸ਼ ਦੇ ਵਿੱਤ ਮੰਤਰੀ ਨੇ, ਉਹਨਾਂ ਵੱਲੋਂ ਇਸ ਬਜਟ ਦੇ ਵਿੱਚ ਕਿਹਾ ਗਿਆ ਕਿ ਦੇਸ਼ ਦੀਆਂ 2 ਬੈਂਕਾਂ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾਣਾ ਹੈ, ਪ੍ਰਾਈਵੇਟ ਕਰ ਦਿੱਤਾ ਜਾਣਾ 2 ਸਰਕਾਰੀ ਬੈਂਕਾਂ ਨੂੰ। ਇਸ ਤੇ ਗੱਲਬਾਤ ਕਰਨ ਲਈ ਨਾਲ ਹੀ ਜੋ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ, ਸਰਕਾਰੀ ਬੀਮਾ ਕੰਪਨੀ LIC, ਜਿਸ ਨੇ ਕਿ ਜਦੋਂ ਵੀ ਦੇਸ਼ ਵਿੱਤੀ ਸੰਕਟ ਵਿੱਚ ਗਿਆ ਤਾਂ ਡੁੱਬਦੇ ਦੇਸ਼ ਨੂੰ ਬਚਾਇਆ, ਸਹਾਰਾ ਦਿੱਤਾ ਹੈ ਆਪਣੇ ਫੰਡਾਂ ਦੇ ਨਾਲ, ਤਾਂ ਉਸ ਨੂੰ ਵੀ ਉਸ ਵਿੱਚ ਵੀ IPO ਲਿਆ ਕੇ ਉਸ ਵਿੱਚ ਵੀ ਸ਼ੇਅਰ ਮਾਰਕੀਟ ਵਿੱਚ ਉਹਨੂੰ ਲਿਆਂਦਾ ਜਾਣਾ ਤਾਂ ਜੋ ਪ੍ਰਾਈਵੇਟ ਲੋਕਾਂ ਦੀ ਉਹਦੇ ਵਿੱਚ ਹਿੱਸੇਦਾਰੀ ਹੋਵੇ। ਤੇ ਨਾਲ ਹੀ ਦੇਸ਼ ਦੀਆਂ ਜੋ ਵੱਖ ਸਰਕਾਰੀ ਬੀਮਾ ਕੰਪਨੀਆਂ ਉਹਨਾਂ ਵਿੱਚ 75% FDI, 75% ਤੱਕ FDI ਨੂੰ ਆਗਿਆ ਦਿੱਤੀ ਹੈ। FDI ਦਾ ਮਤਲਬ ਫੋਰਨ ਡਾਇਰੈਕਟ ਇਨਵੈਸਟਮੈਂਟ, ਤਾਂ ਕਿ ਜਿਹੜੇ ਬਾਹਰ ਦੀਆਂ ਕੰਪਨੀਆਂ ਵੀ ਉਹ ਵੀ ਸਾਡੀਆਂ ਸਰਕਾਰੀ ਬੀਮਾ ਕੰਪਨੀਆਂ ਨੂੰ ਖਰੀਦ ਸਕਣ। ਤਾਂ ਇੱਥੇ ਹਰ ਕੁਝ ਨਿੱਜੀ ਹੱਥਾਂ ਵਿੱਚ ਦੇਣ ਦਾ ਜਿਹੜਾ ਕੰਮ ਚੱਲ ਰਿਹਾ, ਇਹਦੇ ਨਾਲ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਣ ਦੀਆਂ ਪਾਲਿਸੀਆਂ ਆ ਰਹੀਆਂ ਤੇ ਆਮ ਲੋਕਾਂ ਦੀ ਲੁੱਟ ਹੋਵੇਗੀ। ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸਟੇਟ ਬੈਂਕ ਆਫ ਇੰਡੀਆ ਦੇ ਸਾਬਕਾ ਅਸਿਸਟੈਂਟ ਜਨਰਲ ਸੈਕਟਰੀ ਨਾਲ ਨੇ ਸਾਡੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਅੰਕਲ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਜੀ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਵੈਲਕਮ ਜੀ। ਪਹਿਲਾ ਸਵਾਲ ਮੇਰਾ ਜੀ, ਮੈਂ ਗੱਲ ਕਰਕੇ ਹਟਿਆ ਕਿ ਬੈਂਕਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਕਿਹਾ ਜਾ ਰਿਹਾ ਕਿ 2 ਬੈਂਕਾਂ ਪ੍ਰਾਈਵੇਟ ਕੀਤੀਆਂ ਜਾਣੀਆਂ। ਕੀ ਲੱਗ ਰਿਹਾ ਕਿਹੜੀਆਂ ਪਾਲਿਸੀਆਂ ਦੇ ਆਧਾਰ ਤੇ? ਪਹਿਲਾਂ ਜਦੋਂ ਅਸੀਂ ਸੁਣਿਆ ਕਿ ਪਹਿਲਾਂ ਵੀ ਬੈਂਕਾਂ ਨਿੱਜੀ ਹੱਥਾਂ 'ਚ ਹੁੰਦੀਆਂ ਸੀ, ਫਿਰ ਸਰਕਾਰੀ ਕੀਤੀਆਂ ਗਈਆਂ ਇੰਦਰਾ ਗਾਂਧੀ ਦੇ ਰਾਜ ਵਿੱਚ, ਹੁਣ ਫਿਰ ਪ੍ਰਾਈਵੇਟ ਵੱਲ ਚੱਲ ਰਿਹਾ। ਕਿਹੜੀਆਂ ਪਾਲਿਸੀਆਂ ਆਧਾਰਿਤ ਕੰਮ ਹੋ ਰਿਹਾ? ਸਰ 1991 ਤੋਂ ਲਗਾਤਾਰ ਲਿਬਰਲਾਈਜੇਸ਼ਨ ਦਾ ਦੌਰ ਇੰਡੀਆ ਚੱਲਣਾ ਸ਼ੁਰੂ ਹੋਇਆ। ਪਹਿਲਾਂ ਵੀ ਬੈਂਕ ਜਿਹੜੇ ਹੈ 1969 ਤੋਂ ਪਹਿਲਾਂ ਪ੍ਰਾਈਵੇਟ ਸੀਗੇ ਤੇ ਉਹ ਹਮੇਸ਼ਾ ਉਹ ਆਪਣੇ ਇੰਟਰਸਟ ਹੀ ਵਾਚ ਕਰਦੇ ਸੀਗੇ। ਇੰਡਸਟਰੀਲਿਸਟਾਂ ਦੇ ਬੈਂਕ ਸੀ ਤੇ ਲੋਕਾਂ ਦਾ ਪੈਸਾ ਉਹ ਆਪਣੇ ਹਿੱਤਾਂ ਲਈ ਵਰਤਦੇ ਸੀਗੇ, ਆਪਣੀਆਂ ਇੰਡਸਟਰੀਜ਼ ਲਈ ਵਰਤਦੇ ਸੀ। ਪਰ ਜਦੋਂ ਦੇਸ਼ ਦੇ ਵਿੱਚ ਇਸ ਤਰ੍ਹਾਂ ਲੋੜ ਪਈ ਕਿ ਵੱਡੇ ਲੈਵਲ ਦੇ ਉੱਤੇ ਪਬਲਿਕ ਸੈਕਟਰ ਆਏ ਤਾਂ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਤੇ ਫਿਰ ਬੈਂਕਾਂ ਨੇ ਇੰਨੀ ਜ਼ਿਆਦਾ ਡਿਵੈਲਪਮੈਂਟ ਕੀਤੀ ਜਿੱਦਾਂ ਹੀ ਬੈਂਕ, ਕਿਉਂਕਿ ਪਹਿਲਾਂ ਬੈਂਕਾਂ ਦੇ ਵਿੱਚ ਵੜਦਾ ਹੀ ਕੋਈ ਨਹੀਂ ਸੀਗਾ,
ਪ੍ਰਾਈਵੇਟ ਬੈਂਕ ਸੀਗੇ, ਵੱਡੇ ਵੱਡੇ ਬੈਂਕ ਸੀ, ਆਮ ਆਦਮੀ ਉਹਦੇ 'ਚ ਵੜਨ ਤੋਂ ਵੀ ਸ਼ਰਮ ਕਰਦਾ ਸੀਗਾ। ਪਰ ਜਿੱਦਾਂ ਹੀ ਬੈਂਕਾਂ ਨੇ ਰਾਹ ਪਬਲਿਕ ਸੈਕਟਰ 'ਚ ਆਏ ਤੇ ਉਹ ਆਮ ਲੋਕਾਂ ਦੇ ਬੈਂਕ ਬਣੇ, ਮਾਸਿਸ ਦਾ ਬੈਂਕ ਬਣਿਆ ਤੇ ਉਹਦੇ ਨਾਲ ਦੇਸ਼ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ, ਗ੍ਰੀਨ ਰੈਵੋਲੂਸ਼ਨ ਆਇਆ ਤੇ ਉਹਦੇ ਨਾਲ ਇੰਡਸਟਰੀਅਲ ਨੂੰ ਵੀ ਬਹੁਤ ਜ਼ਿਆਦਾ, ਜਿਹੜੇ ਸਮਾਲ ਸਕੇਲ ਇੰਡਸਟਰੀਜ਼ ਹੈ, SMI ਯੂਨਿਟ ਨੇ, ਉਹਨਾਂ ਨੂੰ ਵੀ ਬੈਂਕਾਂ ਨੇ ਲੋਨ ਦਿੱਤੇ ਤੇ ਦੇਸ਼ ਦੀ ਡਿਵੈਲਪਮੈਂਟ ਹੋਈ। ਪਰ 1991 ਤੋਂ ਬਾਅਦ ਕਿਉਂਕਿ ਦੁਨੀਆ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਹੜੇ ਨੇ ਉਹ ਇਸ ਰਿਸਰਚ ਕਰ ਰਹੇ ਸੀ, ਉਹਨਾਂ ਨੇ ਜ਼ੋਰ ਲਾਇਆ ਪਿਆ ਸੀਗਾ ਵੀ ਦੁਨੀਆ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਹੋਏ ਤੇ ਸਾਰਾ ਹਰ ਇੱਕ ਚੀਜ਼ ਪ੍ਰਾਈਵੇਟ ਕਰ ਦਿੱਤੀ ਜਾਏ ਤੇ ਉਸੇ ਤਹਿਤ ਹਿੰਦੁਸਤਾਨ ਦੇ ਵਿੱਚ ਵੀ ਇਹ ਪਾਲਿਸੀਆਂ ਲਾਗੂ ਹੋਈਆਂ। ਸਰਦਾਰ ਮਨਮੋਹਨ ਸਿੰਘ ਉਹਨਾਂ ਦੇ, ਜਿੱਥੋਂ ਤੱਕ ਇਹ ਵੀ ਕਿਹਾ ਜਾਂਦਾ ਵੀ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ 'ਚ ਵੀ IMF, ਵਰਲਡ ਬੈਂਕ, ਦੁਨੀਆ ਦੀਆਂ ਉਹ ਸੰਸਥਾਵਾਂ ਜਿਹੜੀਆਂ ਕੈਪੀਟਲਿਜ਼ਮ ਦੇ ਹੱਕ 'ਚ ਕੰਮ ਕਰਦੀਆਂ ਨੇ, ਉਹਨਾਂ ਨੇ ਹੀ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਪਾਲਿਸੀਆਂ ਲਾਗੂ ਹੋਣੀ ਸ਼ੁਰੂ ਹੋ ਗਈਆਂ। ਉਹਨਾਂ ਦਾ ਤਾਂ ਬਹੁਤ ਸ਼ੁਰੂ ਤੋਂ ਹੀ ਉਹਨਾਂ ਨੇ ਚਾਹਿਆ ਸੀ ਕਿ ਪ੍ਰਾਈਵੇਟਾਈਜੇਸ਼ਨ ਬਹੁਤ ਜ਼ੋਰ ਨਾਲ ਹੋਵੇ, ਪਰ ਭਾਰਤ ਸਰਕਾਰ ਹਮੇਸ਼ਾ ਕਹਿੰਦੀ ਰਹੀ ਕਿ ਇਹ ਲੋਕਾਂ ਦਾ ਬਹੁਤ ਵੱਡਾ ਉਭਾਰ ਉੱਠੇਗਾ ਇਹਦੇ ਬਾਰੇ, ਇਸ ਲਈ ਅਸੀਂ ਇਹਨੂੰ ਇੰਨੇ ਤੇਜ਼ ਬਲਡੋਜ਼ਰ ਨਹੀਂ ਚਲਾ ਸਕਦੇ ਤੇ ਉਹਨਾਂ ਨੇ ਹੌਲੀ ਹੌਲੀ ਨਿੱਜੀਕਰਨ ਦਾ ਦੌਰ ਲੈ ਕੇ ਆਂਦਾ ਤੇ ਬੈਂਕਾਂ ਨੂੰ ਪ੍ਰਾਈਵੇਟਾਈਜੇਸ਼ਨ ਕਰਨਾ ਸ਼ੁਰੂ ਕੀਤਾ। ਮਰਜਰ, ਐਕਵੀਜੀਸ਼ਨ ਸਾਰੀਆਂ ਬੈਂਕਾਂ ਦੇ ਵਿੱਚ ਲੈ ਕੇ ਆਂਦੀਆਂ, ਜਿਹਦੇ ਨਾਲ ਹੌਲੀ ਹੌਲੀ ਬੈਂਕਾਂ ਦਾ ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋ ਗਿਆ। ਤੇ ਹੁਣ ਜਦੋਂ ਤੁਸੀਂ ਦੇਖਦੇ ਜੇ ਕਿ ਨਵਾਂ ਬਜਟ ਜਿਹੜਾ ਸੀਤਾਰਮਨ ਨੇ ਪੇਸ਼ ਕੀਤਾ, ਕਿਉਂਕਿ ਹੁਣ ਮਨਮੋਹਨ ਸਿੰਘ ਸਲੋ ਚਲਾ ਰਿਹਾ ਸੀ ਬਲਡੋਜ਼ਰ, ਜਦੋਂ ਦਾ ਮੋਦੀ ਸਾਹਿਬ ਦੇ ਹੱਥ ਆਇਆ, ਕਿਉਂਕਿ ਮੋਦੀ ਸਾਹਿਬ ਉਹਨਾਂ ਬੰਦਿਆਂ 'ਚੋਂ ਨੇ ਜਿਹੜੇ ਬੰਦਾ ਮਾਰਦਿਆਂ ਸੀ ਨਹੀਂ ਕਰਦੇ। ਗੁਜਰਾਤ ਦਾ ਇਹਨਾਂ ਦਾ ਇੱਕ ਕਰੈਕਟਰ ਹੈ ਵੀ ਇਹ ਬਲਡੋਜ਼ਰ ਨੂੰ ਜਿੰਨੀ ਮਰਜ਼ੀ ਤੇਜ਼ ਚਲਾ ਸਕਦੇ ਨੇ, ਜਿਹੜਾ ਵੀ ਅੱਗੇ ਆਏ ਉਹਨੂੰ ਰੋਲ ਸਕਦੇ ਨੇ, ਕਿਉਂਕਿ ਗੁਜਰਾਤ ਦੇ ਵਿੱਚ ਵੱਡੇ ਕੈਪੀਟਲਿਜ਼ਮ ਨੇ ਦੇਖਿਆ ਹੀ ਸੀਗਾ ਵੀ ਇਹਨਾਂ ਨੇ ਜੋ ਕੀਤਾ ਉਹ ਜੇ ਉਹ ਸਾਰੇ ਇੰਡੀਆ 'ਚ ਕਰਨਗੇ, ਉਹਨਾਂ ਨੂੰ ਉਹ ਬੰਦਾ ਚਾਹੀਦਾ ਸੀ ਜਿਹੜਾ ਕਿਸੇ ਬੰਦੇ ਨੂੰ ਮਾਰਿਆ ਸੀ ਨਾ ਕਰੇ, ਤੇ ਉਹ ਇਹਨਾਂ ਨੂੰ ਮੋਦੀ ਦੇ ਰੂਪ 'ਚ ਮਿਲ ਗਿਆ। ਤੇ ਫਿਰ ਇਹਨੇ ਮੋਦੀ ਨੇ ਹੁਣ ਜੋ ਕਰ ਰਿਹਾ ਤੁਹਾਡੇ ਸਾਹਮਣੇ ਆ, ਜਿਹੜਾ ਨਵਾਂ ਬਜਟ ਆਇਆ, ਉਹਨੂੰ ਜੇ ਆਪਾਂ ਕਹੀਏ ਵੀ ਉਹ ਪ੍ਰਾਈਵੇਟਾਈਜੇਸ਼ਨ ਕਰਨ ਦੀ, ਦੇਸ਼ ਨੂੰ ਵੇਚਣ ਦਾ ਇੱਕ ਡਾਕੂਮੈਂਟ ਹੈ। ਉਹਦੇ ਵਿੱਚ ਕੀ ਲੈ ਕੇ ਆਂਦਾ ਵੀ 2.25 ਲੱਖ ਕਰੋੜ ਰੁਪਇਆ ਜਿਹੜਾ ਉਹ ਜਿਹੜੀ ਜ਼ਮੀਨ ਹੈ ਪਬਲਿਕ ਸੈਕਟਰ ਦੀ, ਪਬਲਿਕ ਸੈਕਟਰ ਅੰਡਰਟੇਕਿੰਗ ਦੀ ਜ਼ਮੀਨ ਹੈ, ਉਹਨੂੰ ਵੇਚ ਕੇ 2.25 ਲੱਖ ਕਰੋੜ ਰੁਪਇਆ ਇਕੱਠਾ ਕੀਤਾ ਜਾਏਗਾ ਇਸ ਸਾਲ। ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਨੂੰ ਪ੍ਰਾਈਵੇਟ ਕੀਤਾ ਜਾਏਗਾ, ਹਿੰਦੁਸਤਾਨ ਪੈਟਰੋਲੀਅਮ ਨੂੰ ਪ੍ਰਾਈਵੇਟ ਕੀਤਾ ਜਾਏਗਾ, LIC ਨੂੰ, ਜਿਹੜੀ ਕਿ ਦੇਸ਼ ਦੀ ਬਹੁਤ ਮਤਲਬ ਇੱਕ ਚੁਣਿੰਦਾ ਕੰਪਨੀ ਹੈ ਜਿਹਦੇ ਤੋਂ ਹਮੇਸ਼ਾ ਦੇਸ਼ ਨੂੰ ਜਦੋਂ ਲੋੜ ਪੈਂਦੀ ਹੈ ਸਰਕਾਰ ਪੈਸੇ ਵਰਤਦੀ ਹੈ, ਉਹਨੂੰ ਪ੍ਰਾਈਵੇਟ ਹੱਥਾਂ 'ਚ ਦਿੱਤਾ ਜਾਏਗਾ। ਤੇ 2 ਬੈਂਕ ਜਿਹੜੇ ਸਰਕਾਰੀ ਬੈਂਕ ਨੇ, ਬਿਲਕੁਲ ਬੇਸ਼ਰਮ ਹੋ ਕੇ, ਬਿਲਕੁਲ ਨਿਸ਼ੰਗ ਹੋ ਕੇ ਉਹਨਾਂ ਨੂੰ ਵੇਚਣ ਵੱਲ ਮਤਲਬ ਦਾ ਐਲਾਨ ਕੀਤਾ ਗਿਆ ਵੀ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਵੇਚਿਆ ਜਾਏਗਾ। ਤੇ ਇਸ ਤੋਂ ਇਲਾਵਾ ਇੱਕ ਜਿਹੜੀ ਹੈ ਜਨਰਲ ਇੰਸ਼ੋਰੈਂਸ ਕੰਪਨੀਆਂ, ਉਹਨੂੰ ਪ੍ਰਾਈਵੇਟ ਕੀਤਾ ਜਾਏਗਾ। ਤੇ ਇਸ ਤਰ੍ਹਾਂ ਜੇ ਆਪਾਂ ਦੇਖਦੇ ਹਾਂ ਤਾਂ ਇਹ ਜਿਹੜਾ ਇੱਕ ਡਾਕੂਮੈਂਟ ਹੈ, ਜਿਹੜਾ ਸਾਡੇ ਬਜਟ ਦਾ ਡਾਕੂਮੈਂਟ ਹੈ, ਉਹ ਟੋਟਲੀ ਇੱਕ ਪ੍ਰਾਈਵੇਟਾਈਜ਼ ਕਰਨ ਦਾ, ਦੇਸ਼ ਨੂੰ ਵੇਚਣ ਦਾ ਡਾਕੂਮੈਂਟ ਬਣ ਗਿਆ ਤੇ ਇਸ ਲਈ ਲੋਕ ਵਿਰੋਧ ਵੀ ਇਹਦੇ ਖਿਲਾਫ ਚੱਲ ਰਿਹਾ। ਅੱਛਾ, ਅਸੀਂ ਗੱਲਬਾਤ ਕੀਤੀ ਨਾਲ ਖੇਤੀਬਾੜੀ ਦੇ ਵਿੱਚ ਜੋ ਨਿੱਜੀਕਰਨ ਨੂੰ ਲੈ ਕੇ ਆਉਂਦੀਆਂ, ਚੰਦ ਘਰਾਣਿਆਂ ਨੂੰ ਸੌਂਪਣ ਦੀਆਂ ਗੱਲਾਂ ਹੈ, ਬੈਂਕਾਂ ਦੇ ਵਿੱਚ ਨਿੱਜੀਕਰਨ, ਕੀ ਜਿਹੜਾ ਨਿੱਜੀਕਰਨ ਆਉਣ ਨਾਲ ਲੋਕਾਂ ਨੂੰ ਕੀ ਨੁਕਸਾਨ ਹੋਣਗੇ? ਜਿਵੇਂ ਅਸੀਂ ਦੇਖਦੇ ਹਾਂ ਕਿ ਸਰਕਾਰੀ ਬੈਂਕਾਂ ਜਿਹੜੇ ਖੇਤੀਬਾੜੀ ਉਹ ਸਾਡੇ ਹੱਥ 'ਚ ਹੈ, ਸਾਡੀਆਂ ਰੇਲਵੇ ਆ ਉਹ ਸਰਕਾਰੀ ਸੀ, ਜੋ ਸਰਕਾਰੀ ਅਦਾਰੇ ਆ ਉਹਨਾਂ ਦੇ ਲੋਕਾਂ ਨੂੰ ਕੀ ਫਾਇਦਾ ਸੀ? ਜੇ ਉਹ ਨਿੱਜੀ ਹੱਥਾਂ 'ਚ ਜਾਣਗੇ ਤਾਂ ਲੋਕਾਂ ਨੂੰ ਕੀ ਨੁਕਸਾਨ ਹੋਣਗੇ ਉਹਦੇ ਨਾਲ? ਦੁਨੀਆ ਦੀਆਂ ਕਾਰਪੋਰੇਸ਼ਨਾਂ ਦਾ ਇੱਕੋ ਹੀ ਏਜੰਡਾ ਹੈ ਬਈ ਦੁਨੀਆ ਦੀ ਜਿੰਨੀ ਕਿਰਤ ਸ਼ਕਤੀ ਹੈ, ਜਿੰਨੇ ਮਿਨਰਲਸ ਨੇ, ਜਿੰਨੀ ਕੁਦਰਤੀ ਸਾਧਨ ਨੇ, ਉਹ ਉਹਨਾਂ ਦੇ ਸੁਪਰ ਪ੍ਰੋਫਿਟਾਂ ਨੂੰ ਵਧਾਉਣ। ਉਹਨਾਂ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਗੀ। ਇਸ ਲਈ ਨਿੱਜੀਕਰਨ ਗਰੀਬ ਬੰਦੇ ਲਈ, ਆਮ ਬੰਦੇ ਲਈ, ਮਿਹਨਤਕਸ਼ ਬੰਦੇ ਲਈ ਬਹੁਤ ਹੀ ਨੁਕਸਾਨਦੇਹ। ਤੁਸੀਂ ਦੇਖ ਲਓ, ਅੱਜ ਅਸੀਂ ਫਿਰੋਜ਼ਪੁਰ ਜਾਣਾ ਗੱਡੀ ਤੇ ਟ੍ਰੇਨ ਤੇ ਉਹਦਾ ਕਿਰਾਇਆ 20 ਰੁਪਏ ਲੱਗਦਾ, ਪਰ ਜਿਸ ਤਰ੍ਹਾਂ ਹੀ ਇਹ ਨਿੱਜੀਕਰਨ ਹੋ ਜਾਏਗਾ, ਗੱਡੀ ਪ੍ਰਾਈਵੇਟ ਚੱਲੇਗੀ ਤੇ ਉਹਦਾ ਕਿਰਾਇਆ 200 ਰੁਪਏ ਹੋਏਗਾ, ਇਹ ਤੈਅ। ਕੋਈ ਵੀ ਚੀਜ਼ ਜਦੋਂ ਪ੍ਰਾਈਵੇਟ ਹੋਏਗੀ ਉਹਦਾ ਆਮ ਆਦਮੀ ਨੂੰ ਨੁਕਸਾਨ ਹੋਏਗਾ ਹੀ ਹੋਏਗਾ। ਤੇ ਸਰਕਾਰ ਦਾ ਹੁਣ ਏਜੰਡਾ ਹੀ ਬਣ ਗਿਆ ਕਿ ਅਸੀਂ, ਕਿਉਂਕਿ ਅੱਜ ਹਾਲਤ ਇਹ ਬਣ ਗਈ ਹੈ ਵੀ ਕਾਰਪੋਰੇਸ਼ਨਾਂ ਇੰਨੀਆਂ ਜ਼ਿਆਦਾ ਜ਼ੋਰਦਾਰ ਬਣ ਗਈਆਂ ਨੇ ਵੀ ਜੇ ਕਿਸੇ ਦੇਸ਼ ਦੇ ਹਾਕਮ ਉਹਨਾਂ ਕਾਰਪੋਰੇਸ਼ਨਾਂ ਦੀ ਗੱਲ ਨਹੀਂ ਮੰਨਦੇ ਤਾਂ ਉਹਨਾਂ ਨੂੰ ਮਰਵਾਇਆ ਵੀ ਜਾ ਸਕਦਾ ਤੇ ਉਹਨਾਂ ਨੂੰ ਗੱਦੀ ਤੋਂ ਵੀ ਪਾਸੇ ਕੀਤਾ ਜਾ ਸਕਦਾ। ਅੱਜ ਕਾਰਪੋਰੇਸ਼ਨਾਂ 'ਚ ਇੰਨੀ ਤਾਕਤ ਹੈ ਕਿ ਉਹ ਦੇਸ਼ ਦੇ ਸਟਰਕਚਰ ਨੂੰ, ਦੇਸ਼ ਦੀ ਸੋਚ ਨੂੰ ਵੀ ਅਫੈਕਟ ਕਰ ਸਕਦੇ ਨੇ।
ਤੇ ਇਸ ਲਈ ਹਾਕਮ ਵੀ ਡਰਦੇ ਨੇ ਵੀ ਜੇ ਅਸੀਂ ਇਹਨਾਂ ਪਾਲਿਸੀਆਂ ਨੂੰ ਲਾਗੂ ਨਾ ਕੀਤਾ ਤਾਂ ਸਾਡੀਆਂ ਸਰਕਾਰਾਂ ਵੀ ਬਦਲ ਸਕਦੇ ਨੇ, ਤੇ ਜੇ ਅਸੀਂ ਲਾਗੂ ਕਰ ਦਿਆਂਗੇ ਫਿਰ ਉਹਨਾਂ ਸਾਰਿਆਂ ਦੇ ਬੋਰੀਆਂ ਦੇ ਮੂੰਹ ਖੁੱਲ੍ਹ ਜਾਂਦੇ ਨੇ, ਤੇ ਫਿਰ ਉਸ ਹਾਕਮ ਨੂੰ ਜਿਤਾਉਣ ਲਈ ਆਪਣਾ ਪੂਰਾ ਜ਼ੋਰ ਲਾ ਦਿੰਦੇ ਨੇ ਡਿਜੀਟਲ ਸਿਸਟਮ ਤੇ ਵੀ ਤੇ ਪੈਸੇ ਨਾਲ। ਇਸ ਲਈ ਸਾਰੇ ਹਾਕਮ ਜਿਹੜੇ ਨੇ ਅੱਜ ਦੇ ਉਹ ਇਸ ਗੱਲ ਵੱਲ ਵੱਧ ਰਹੇ ਨੇ ਕਿ ਪ੍ਰਾਈਵੇਟਾਈਜੇਸ਼ਨ ਕੀਤੀ ਜਾਏ, ਕਿਉਂਕਿ ਉਹਨਾਂ ਨੂੰ ਆਪਣਾ ਵੀ ਖਤਰੇ ਨੇ ਤੇ ਆਪਣੀ ਗੱਦੀਆਂ ਦੇ ਵੀ ਖਤਰੇ ਨੇ। ਤੇ ਜਦ ਕਿ ਲੋਕ ਇਸ ਲਈ ਲੜ ਰਹੇ ਨੇ ਦੇਸ਼ ਦੇ ਬਈ ਜੇ ਪ੍ਰਾਈਵੇਟਾਈਜੇਸ਼ਨ ਹੋਗੀ ਜਿੰਨੀ ਜ਼ਿਆਦਾ ਵਧੀ ਜਾਏਗੀ ਉਹਨਾਂ ਦੇ ਨੱਕ 'ਚ ਦਮ ਹੁੰਦਾ ਹੈ। ਜਿਹੜੀ LIC ਹੈ, LIC ਦੇ ਵਿੱਚ LIC ਦੇ ਵਿੱਚ ਕਹਿ ਦਿੱਤਾ ਗਿਆ ਕਿ IPO ਜਾਰੀ ਕਰਤਾ ਗਿਆ, ਸ਼ੇਅਰ ਮਾਰਕੀਟ ਦੇ ਵਿੱਚ ਹੈ। LIC ਲੋਕਾਂ ਦੀ ਇੱਕ ਭਰੋਸੇਮੰਦ ਕੰਪਨੀ ਸੀ, ਸਰਕਾਰੀ ਕੰਪਨੀ ਸੀ, ਕਿਸੇ ਨੇ ਵੀ ਬੀਮਾ ਕਰਾਉਣਾ ਹੁੰਦਾ ਹਰ ਕੋਈ ਦੀ ਇੱਛਾ ਹੁੰਦੀ ਸੀ ਕਿ LIC ਤੋਂ ਕਰਵਾਇਆ ਜਾਵੇ। ਜੇਕਰ ਜਿਵੇਂ ਇਹਨਾਂ ਨੇ ਖੋਲ੍ਹ ਦਿੱਤਾ ਹੈ ਕਿ IPO ਦੇ ਵਿੱਚ ਹੁਣ ਪ੍ਰਾਈਵੇਟ ਲੋਕ ਵੀ ਹਿੱਸੇਦਾਰੀ ਸ਼ੇਅਰ ਖਰੀਦ ਸਕਦੇ ਆ, ਇਹਦੇ ਨਾਲ ਜਿਹੜੇ ਲੋਕ ਹੈ, ਨਿਵੇਸ਼ਕ ਹੈ ਉਹਦੇ LIC ਦੇ, ਉਹਨਾਂ 'ਤੇ ਕੀ ਪ੍ਰਭਾਵ ਪੈ ਸਕਦੇ ਆ ਆਉਣ ਵਾਲੇ ਸਮੇਂ 'ਚ? LIC ਦਾ ਬਿਜ਼ਨਸ ਦੇਸ਼ ਦੇ ਵਿੱਚ ਆਮ ਲੋਕਾਂ ਲਈ ਬਹੁਤ ਹੀ ਫਾਇਦੇਮੰਦ। ਇੰਡੀਆ ਦੀ ਪ੍ਰਾਈਵੇਟ ਵੀ ਕੰਪਨੀਆਂ ਪਿਛਲੇ ਟਾਈਮ ਦੇ ਵਿੱਚ LIC ਬਿਜ਼ਨਸ ਲਾਈਫ ਬਿਜ਼ਨਸ 'ਚ ਆਈਆਂ ਸੀ, ਪਰ ਕੋਈ ਵੀ ਜਿਹੜੀ ਕੰਪਨੀ ਹੈ ਉਹ LIC ਦਾ ਮੁਕਾਬਲਾ ਨਹੀਂ ਕਰ ਸਕੀ। ਸਾਰੀਆਂ ਦੀਆਂ ਸਾਰੀਆਂ LIC ਤੋਂ ਲਗਭਗ ਪਿੱਛੇ ਸੀ। ਇਹਨਾਂ ਦਾ ਜਿਹੜਾ ਉਹ ਜਦੋਂ ਕਲੇਮ ਦੇਣੇ ਹੁੰਦੇ ਆ ਉਹਦੇ 'ਚ ਵੀ LIC ਸਭ ਤੋਂ ਵਧੀਆ ਰੋਲ ਹੈ ਕਲੇਮ ਦੇਣ 'ਚ ਵੀ, ਮਤਲਬ ਪਰਸੈਂਟੇਜ ਦੇ ਦੇਖੀਏ ਤਾਂ ਕਲੇਮ ਦੀ ਪਰਸੈਂਟੇਜ ਵੀ ਬਹੁਤ ਜ਼ਿਆਦਾ ਹੈ। ਇਸ ਲਈ ਸਰਕਾਰ ਵੱਡੇ ਕੈਪੀਟਲਿਸਟਾਂ ਦੀ ਕਾਰਪੋਰੇਸ਼ਨਾਂ ਦੀ ਇਹ ਨਿਗਾਹ ਸੀਗੀ ਇਹਦੇ 'ਤੇ ਕੰਟਰੋਲ ਕੀਤਾ ਜਾਏ, ਤੇ ਉਹਨਾਂ ਨੇ ਸਰਕਾਰ ਨੂੰ ਦਬਾਅ ਪਾ ਕੇ ਇਹ ਕੰਟਰੋਲ ਲਗਭਗ ਹੁਣ ਜਿੱਦਾਂ ਜੇ ਉਹ ਸ਼ੇਅਰ ਕੈਪੀਟਲ ਆ ਜਾਂਦੀ ਹੈ ਮਾਰਕੀਟ 'ਚ ਤਾਂ ਬੜੀ ਛੇਤੀ ਪ੍ਰਾਈਵੇਟ ਦਾ ਇਹ 'ਤੇ ਕੰਟਰੋਲ ਹੋ ਜਾਏਗਾ। ਤੇ ਫਿਰ ਜਿਸ ਤਰ੍ਹਾਂ ਬਾਕੀ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਲਾਈਫ ਦੀਆਂ ਇੰਸ਼ੋਰੈਂਸ ਦੀਆਂ ਉਹਨਾਂ ਨੇ ਲੁੱਟ ਮਚਾਈ ਹੋਈ ਹੈ, ਇਹ LIC ਵਿੱਚ ਇਹ ਲਾਗੂ ਹੋ ਜਾਏਗੀ ਤੇ ਲੋਕਾਂ ਨੂੰ ਇਹਦੇ ਨੁਕਸਾਨ ਹੋਣ, ਆਮ ਲੋਕਾਂ ਨੂੰ। ਕਿਸਾਨ ਜਥੇਬੰਦੀਆਂ ਲੜ ਰਹੀਆਂ ਆਪਣੇ ਹੱਕਾਂ ਦੇ ਲਈ, ਉਹ ਬੈਠੀਆਂ ਹੋਈਆਂ ਬਾਰਡਰਾਂ ਦੇ ਉੱਤੇ। ਕੀ ਜਿਹੜੀਆਂ ਬੈਂਕਾਂ ਦੀਆਂ ਯੂਨੀਅਨ ਹੈ, ਜਿਸ ਤਰੀਕੇ ਨਾਲ ਹੁਣ ਬੈਂਕਾਂ ਦੀ ਯੂਨੀਅਨ ਨੂੰ ਵੀ ਕਿਹਾ ਗਿਆ ਕਿ 2 ਦਿਨ ਦੀ ਹੜਤਾਲ ਰੱਖੀ ਜਾਵੇਗੀ, ਬੈਂਕਾਂ ਦੀਆਂ ਯੂਨੀਅਨਾਂ ਉਨੀ ਮਜ਼ਬੂਤੀ ਦੇ ਨਾਲ ਜਾਂ LIC ਦੀਆਂ ਯੂਨੀਅਨਾਂ ਉਨੀ ਮਜ਼ਬੂਤੀ ਦੇ ਨਾਲ ਕਿਉਂ ਨਹੀਂ ਲੜਦੀਆਂ ਆਪਣੇ ਹੱਕਾਂ ਦੇ ਲਈ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਲੜ ਰਹੀਆਂ? ਜਿਹੜੀ ਵੀ ਯੂਨੀਅਨ ਹੈ ਕਿਸੇ ਇੱਕ ਅਦਾਰੇ ਦੀ ਹੈ, ਉਹ ਆਪਣੇ ਅਦਾਰੇ ਦੀ ਮੈਨੇਜਮੈਂਟ ਨਾਲ ਲੜ ਸਕਦੀ ਹੈ। ਬੜੀ ਤਾਕਤ ਨਾਲ ਅਸੀਂ ਲੜਦੇ ਹਾਂ ਪਰ ਜਦੋਂ ਸਰਕਾਰ ਨਾਲ ਲੜਨਾ ਹੁੰਦਾ ਇੱਕ ਅਦਾਰੇ ਦੇ ਵਿੱਚ ਇੰਨੀ ਤਾਕਤ ਨਹੀਂ ਹੁੰਦੀ, ਇੱਕ ਯੂਨੀਅਨ 'ਚ ਇੰਨੀ ਤਾਕਤ ਨਹੀਂ ਹੁੰਦੀ ਵੀ ਉਹ ਇੱਕ ਸਰਕਾਰ ਨਾਲ ਲੜ ਸਕੇ। ਤੇ ਦੂਸਰਾ, ਜਦੋਂ ਸਰਕਾਰਾਂ ਐਡੀਆਂ ਬੇਸ਼ਰਮ ਹੋ ਜਾਣ ਬਈ ਜਿਹੜੇ ਕਿਸਾਨ ਘੋਲ ਦੇ ਵਿੱਚ 200 ਬੰਦੇ ਦੀ ਡੈਥ ਹੋ ਗਈ ਹੈ ਤੇ ਉਹਨੂੰ ਉਹ ਇੰਨਾ ਵੀ ਨਹੀਂ ਕਰਦੀਆਂ ਕਿ ਉਹਨੂੰ ਕੋਈ ਸ਼ਰਧਾਂਜਲੀ ਦੇ ਦੇਣ, ਤੇ ਉਹ ਫਿਰ ਇੱਕ ਅਦਾਰਾ ਕਿਸ ਤਰ੍ਹਾਂ ਲੜੇਗਾ ਉਹ ਤੁਸੀਂ ਆਪ ਦੇਖ ਸਕਦੇ ਹੋ। ਪਰ ਅਸੀਂ ਕਹਿੰਦੇ ਹਾਂ ਕਿ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਪਿਛਲੇ 30 ਸਾਲਾਂ ਤੋਂ ਅਸੀਂ ਵੀ ਲੜਦੇ ਸੀਗੇ, ਛੋਟੇ ਜਦੋਂ ਵੀ ਕੋਈ ਬੇਇਨਸਾਫੀ ਹੁੰਦੀ ਬੈਂਕ ਦੇ ਵਿੱਚ ਅਸੀਂ ਲੜਦੇ ਸੀਗੇ, ਹੋਰ ਵੀ ਅਦਾਰੇ ਜਿੱਥੇ ਕੋਈ ਬੇਇਨਸਾਫੀ ਹੁੰਦੀ ਸੀ ਲੜਦੇ ਸੀ। ਪਰ ਉਹ ਜਿਸ ਲੈਵਲ ਦੀ ਲੜਾਈ ਇਹਨਾਂ ਨੂੰ ਚਾਹੀਦੀ ਹੈ ਝੁਕਾਉਣ ਲਈ ਉਹ ਇੱਕ ਅਦਾਰਾ ਦੇ ਹੀ ਨਹੀਂ ਸਕਦਾ, ਉਹ ਆਪਣੀ ਪੂਰੀ ਤਾਕਤ ਦੇ ਨਾਲ ਵੀ ਨਹੀਂ ਦੇ ਸਕਦਾ। ਤੇ ਹੁਣ ਇਸ ਘੋਲ ਨੇ ਇੱਕ ਲਾਈਟ ਦਿੱਤੀ ਹੈ, ਜਿਸ ਤਰ੍ਹਾਂ ਉਹਨਾਂ ਨੇ ਮਤਲਬ ਕਿ ਜਿੰਨੀ ਤਾਕਤ ਨਾਲ ਉਹ ਲੜੇ ਨੇ, ਜਿਸ ਤਰ੍ਹਾਂ ਉਹਨਾਂ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ, ਤੇ ਜਿਸ ਤਰ੍ਹਾਂ ਉਹਦੇ ਵਿੱਚ ਸਿੱਖ ਕਹਿੰਦੇ ਸਿੱਖਾਂ ਦਾ ਸੰਘਰਸ਼ ਹੈ ਉਸ ਗੱਲ ਨੂੰ ਕੱਟਿਆ, ਫਿਰ ਉਹਨਾਂ ਨੇ ਅੱਤਵਾਦੀ ਨੇ ਉਸ ਗੱਲ ਨੂੰ ਕੱਟਿਆ, ਖਾਲਿਸਤਾਨੀ ਨੇ ਉਸ ਗੱਲ ਨੂੰ, ਜਿੰਨੇ ਵੀ ਸਰਕਾਰ ਦੇ ਪਾਟਕ ਪਾਊ ਹਥਿਆਰ ਸੀਗੇ ਸਾਰਿਆਂ ਨੂੰ ਉਹਨਾਂ ਨੇ ਵਾਰੀ ਖੁੰਡਾ ਕੀਤਾ ਤੇ ਬੜੇ ਜ਼ੋਰ ਨਾਲ ਜਿਹੜਾ ਸੰਘਰਸ਼ ਚੱਲ ਰਿਹਾ ਇਹ ਸਾਡੇ ਲਈ ਵੀ ਇੱਕ ਲਾਈਟ ਦੇ ਰਿਹਾ ਵੀ ਕਿਸ ਤਰ੍ਹਾਂ ਲੜਨਾ। ਤੇ ਜੇ ਇਸ ਤਰ੍ਹਾਂ ਲੋਕ ਸਾਰੇ ਇਕੱਠੇ ਹੋ ਗਏ, ਮਜ਼ਦੂਰ ਜਮਾਤ ਇਕੱਠੀ ਹੋ ਗਈ, ਲੋਕ ਜੇ ਗਰੀਬ ਲੋਕ ਇਕੱਠੇ ਹੋ ਗਏ, ਤਾਂ ਫਿਰ ਕੋਈ ਉਹ ਦਿਨ ਦੂਰ ਨਹੀਂ ਗਏ ਜਦੋਂ ਬੈਂਕਾਂ ਦੇ ਸੰਘਰਸ਼ ਵੀ ਜਿੱਤਣਗੇ, ਹੋਰ ਛੋਟੇ ਅਦਾਰਿਆਂ ਦੇ ਸੰਘਰਸ਼ ਵੀ ਜਿੱਤਣਗੇ। ਇਹ ਇੱਕ ਲਾਈਟ ਮਿਲ ਰਹੀ ਹੈ ਕਿਸਾਨੀ ਸੰਘਰਸ਼ 'ਚੋਂ ਸਾਰਿਆਂ ਨੂੰ। ਮੇਰਾ ਹੁਣ ਆਖਰੀ ਸਵਾਲ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਉਹ ਫੈਸਲਾ ਲੈ ਲੈਂਦੇ ਆ ਉਹ ਤੋਂ ਵਾਪਸ ਨਹੀਂ ਮੁੜਦੇ। ਹੁਣ ਲਗਾਤਾਰ ਉਹ ਨਿੱਜੀਕਰਨ ਦੇ ਫੈਸਲੇ ਲੈ ਰਹੇ ਆ, ਲਗਾਤਾਰ ਜੇ ਅਸੀਂ ਗੱਲ ਕਰੀਏ ਹਰ ਰੋਜ਼ ਨਵੀਂ ਖਬਰ ਆਉਂਦੀ ਹੈ ਕਿ ਅੱਜ ਇਹ ਨਿੱਜੀਕਰਨ ਕਰ ਦਿੱਤਾ ਜਾਏਗਾ। ਜਿਹੜੇ ਖੇਤੀਬਾੜੀ ਬਿੱਲ ਹੈ ਤੁਸੀਂ ਯੂਨੀਅਨ ਦੇ ਵਿੱਚ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਵਿੱਚ ਜਥੇਬੰਦੀਆਂ 'ਚ ਵੀ ਪਾਟਕ ਪਾਊ ਕੰਮ ਕੀਤੇ ਜਾ ਰਹੇ, ਸੋਸ਼ਲ ਮੀਡੀਆ ਉੱਤੇ ਪ੍ਰਚਾਰ ਕੀਤਾ ਜਾ ਰਿਹਾ IT ਸੈੱਲ ਵੱਲੋਂ, ਕੀ ਇਹ ਲੱਗਦਾ ਜਿਹੜਾ ਜਥੇਬੰਦੀਆਂ ਆਪਣੀ ਮੰਗ ਨੂੰ ਲੈ ਕੇ ਪਿਛਲੇ 2.5 ਮਹੀਨੇ ਦੇ ਲਗਭਗ ਉਹਨਾਂ ਨੂੰ ਹੋ ਗਿਆ ਦ੍ਰਿੜ ਬੈਠੀਆਂ, ਉਹ ਇਹ ਅੰਦੋਲਨ ਨੂੰ ਜਿੱਤ ਕੇ ਵਾਪਸ ਮੁੜਨਗੀਆਂ? ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਮੋਦੀ ਆਪਣੇ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਮੁੜਦਾ, ਇਹ ਅੰਗਰੇਜ਼ਾਂ ਨੂੰ ਵੀ ਕਿਸੇ ਟਾਈਮ ਭਰਮ ਸੀਗਾ ਵੀ ਸਾਡਾ ਜਿਹੜਾ ਰਾਜ ਹੈ ਉਹਦੇ ਸੂਰਜ ਨਹੀਂ ਡੁੱਬਦਾ। ਪਰ ਜਦੋਂ ਲੋਕ ਉੱਠ ਪੈਣ
ਫਿਰ ਉਹ ਸੂਰਜ ਡੁਬੋ ਦਿੰਦੇ ਨੇ। ਤੇ ਇਸ ਲਈ ਜਿਹੜਾ ਮੋਦੀ ਜਿਹੜਾ ਕਦੇ ਕਹਿੰਦੇ ਝੁਕਦਾ ਨਹੀਂਗਾ, ਇਹ ਤੁਸੀਂ ਦੇਖੋਗੇ ਕਿ ਜੇ ਕਿਸਾਨੀ ਸੰਘਰਸ਼ ਇਸੇ ਜ਼ੋਰ ਨਾਲ ਚੱਲਦਾ ਰਿਹਾ ਤਾਂ ਮੋਦੀ ਸਾਹਿਬ ਵੀ ਕਿਸੇ ਦਿਨ ਕਹਿਣਗੇ ਵੀ ਅਸੀਂ ਇਹ ਤਿੰਨੇ ਕਾਨੂੰਨ ਰੱਦ ਕਰਦੇ ਹਾਂ। ਤੇ ਦੂਸਰੀ ਗੱਲ, ਜਿੱਥੋਂ ਤੱਕ ਕਾਨੂੰਨਾਂ ਦਾ ਸਵਾਲ ਹੈ, ਜੇ ਅਸੀਂ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਇਕੱਠਾ ਕਰ ਦਈਏ ਤਾਂ ਉਹਦਾ ਇੱਕੋ ਇੱਕ ਹੀ ਮਕਸਦ ਬਣਦਾ ਹੈ ਵੀ ਕਿਸਾਨ ਦੀ ਜ਼ਮੀਨ ਸਾਰੀ ਦੀ ਸਾਰੀ ਇਹ ਕਾਰਪੋਰੇਟਾਂ ਨੂੰ ਦੇਣੀ ਹੈ ਤੇ ਉਹਨਾਂ ਨੂੰ ਮਰਜ਼ੀ ਦਾ ਖੁਰਾਕ, ਜਿਹੜੀ ਸਾਡੀ ਸੁਰੱਖਿਆ, ਉਹ ਸਾਰੀ ਦੀ ਸਾਰੀ ਸਰਕਾਰ ਤੋਂ ਨਿਕਲ ਕੇ ਨਿੱਜੀ ਹੱਥਾਂ 'ਚ ਆ ਜਾਣੀ ਹੈ। ਤੇ ਜਿੰਨੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਲੋਕਾਂ ਦਾ ਵੀ ਬਹੁਤ ਨੁਕਸਾਨ ਕਰਨਾ ਤੇ ਕਿਸਾਨ ਕੋਲ ਜ਼ਮੀਨ ਨਹੀਂ ਰਹਿਣ ਦੇਣੀ। ਤੇ ਇਹ ਵੀ ਹੈ ਕਿ ਕਿਸਾਨ ਜ਼ਮੀਨ ਨੂੰ ਆਪਣੀ ਮਾਂ ਮੰਨਦਾ ਤੇ ਉਹਨੂੰ ਪਤਾ ਹੈ ਕਿ ਜੇ ਇੱਕ ਵਾਰੀ ਮੇਰੀ ਜ਼ਮੀਨ ਨਾ ਰਹੀ ਤਾਂ ਫਿਰ ਸਮਝੋ ਸਾਰਾ ਕੁਝ ਨਾ ਸਾਡਾ ਕਲਚਰ ਰਹਿਣਾ, ਨਾ ਸਾਡਾ ਜਿਹੜਾ ਖਿੱਤੇ ਦੇ ਵਿੱਚ ਅਸੀਂ ਸ਼ਾਨ ਨਾਲ ਜੀਣਾ, ਅਸੀਂ ਇੱਕ ਮਜ਼ਦੂਰ ਬਣ ਜਾਵਾਂਗੇ। ਤੇ ਇਸ ਲਈ ਜਿਹੜੀਆਂ ਇਹ ਪਾਟਕ ਪਾਊ ਸਰਕਾਰ ਦੀਆਂ ਗੱਲਾਂ ਨੇ, ਕਿਉਂਕਿ ਕਿਸਾਨ ਲਗਾਤਾਰ ਪਿਛਲੇ 20-25 ਸਾਲਾਂ ਤੋਂ ਪੰਜਾਬ 'ਚ ਸੰਘਰਸ਼ ਕਰ ਰਹੇ ਨੇ, ਜਥੇਬੰਦੀਆਂ ਬਹੁਤ ਹੀ ਤਾਕਤ ਨਾਲ, ਬਹੁਤ ਹੀ ਸੂਝ ਨਾਲ ਲੜ ਰਹੀਆਂ ਨੇ। ਤੇ ਹੁਣ ਜਦੋਂ ਸੰਘਰਸ਼ ਇਸ ਥਾਂ 'ਤੇ ਪਹੁੰਚ ਗਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਾਟਕ ਪਾਊ ਜਿਹੜੀ ਸ਼ਕਤੀ ਆ ਉਹ ਇਹਨਾਂ ਨੂੰ ਬਖੇਰ ਸਕੇਗੀ। ਇਹ ਅਸੀਂ ਬਿਲਕੁਲ ਸਰਟਨ ਹੈ ਵੀ ਆਉਣ ਵਾਲੇ ਟਾਈਮ 'ਚ ਲੋਕ ਵੀ ਇਹਦਾ ਹੋਰ ਮਜ਼ਬੂਤੀ ਨਾਲ ਸਾਥ ਦੇਣਗੇ, ਲੀਡਰਸ਼ਿਪ ਇਕੱਠੀ ਰਹੇਗੀ ਸਿਆਣਪ ਨਾਲ। ਤੇ ਜੋ ਡੈਮੋਕ੍ਰੇਸੀ 'ਚ ਹੁੰਦਾ ਵੀ ਸ਼ਾਂਤਮਈ ਸੰਘਰਸ਼ ਜਿਹੜੇ ਆ ਉਹ ਚੱਲਦੇ ਨੇ ਬਗੈਰ ਕਿਸੇ ਭੜਕਾਹਟ ਤੋਂ, ਪੂਰੀ ਸ਼ਿੱਦਤ ਨਾਲ, ਪੂਰੇ ਸਬਰ ਨਾਲ ਇਹ ਸੰਘਰਸ਼ ਲੜਿਆ ਜਾਏਗਾ ਤੇ ਜਿੱਤਿਆ ਵੀ ਜਾਏਗਾ। ਮੈਨੂੰ ਇਹ ਆਸ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਪਰਮਜੀਤ ਸਿੰਘ, ਜੋ ਕਿ ਸਟੇਟ ਬੈਂਕ ਆਫ ਇੰਡੀਆ ਦੇ ਸਾਬਕਾ ਅਸਿਸਟੈਂਟ ਜਨਰਲ ਸੈਕਟਰੀ ਨੇ ਯੂਨੀਅਨ ਦੇ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੀਆਂ ਨੀਤੀਆਂ ਇਹ 1991 ਤੋਂ ਸਟਾਰਟ ਹੋਈਆਂ ਸੀ, ਮਨਮੋਹਨ ਸਿੰਘ ਜਦੋਂ ਵਿੱਤ ਮੰਤਰੀ ਸੀ ਦੇਸ਼ ਦੇ, ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਕਿ ਮਨਮੋਹਨ ਸਿੰਘ ਨੂੰ ਵੀ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ IMF, ਵਰਲਡ ਬੈਂਕ ਵਰਗੇ ਜੋ ਕਾਰਪੋਰੇਟਾਂ ਦੇ ਅਦਾਰੇ ਨੇ ਉਹਨਾਂ ਦਾ ਯੋਗਦਾਨ ਸੀ ਆਪਣੀਆਂ ਪਾਲਿਸੀਆਂ ਨੂੰ ਲਾਗੂ ਕਰਵਾਉਣ ਲਈ। ਉਹ ਬੇਸ਼ੱਕ ਧੀਮੀ ਗਤੀ ਨਾਲ ਲਾਗੂ ਕਰਦੇ ਰਹੇ, ਪਰ ਮੋਦੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਪਾਲਿਸੀਆਂ ਨੂੰ ਇੱਕ ਬਲਡੋਜ਼ਰ ਦੀ ਤਰ੍ਹਾਂ ਚਲਾਇਆ ਗਿਆ ਕਿ ਜੋ ਸਾਹਮਣੇ ਆਉਂਦਾ ਉਹਨੂੰ ਦਰੜ ਕੇ ਤੇ ਆਪਣੀਆਂ ਨੀਤੀਆਂ ਲਾਗੂ ਕੀਤੀਆਂ ਜਾਣ। ਤਾਂ ਉਹਨਾਂ ਕਿਹਾ ਕਿ ਬੈਂਕਾਂ ਦੇ ਵਿੱਚ ਅਜਿਹਾ ਕੁਝ ਕਰਨ ਨਾਲ ਆਮ ਪਬਲਿਕ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਜਿਵੇਂ ਜਿਵੇਂ ਨਿੱਜੀਕਰਨ ਵੱਧਦਾ ਹੈ, ਲੋਕਾਂ ਦੀ ਪਹੁੰਚ ਤੋਂ ਜਿਹੜੀਆਂ ਸੇਵਾਵਾਂ ਹੁੰਦੀਆਂ ਉਹ ਦੂਰ ਹੁੰਦੀਆਂ ਜਾਂਦੀਆਂ। ਕੈਮਰਾ ਪਰਸਨ ਲੈਮਨਦੀਪ ਦੇ ਨਾਲ ਮਨਿੰਦਰਜੀਤ ਸਿੱਧੂ, ਜਿੰਦਾਬਾਦ ਚੈਨਲ, ਬਠਿੰਡਾ।